ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾਲੋ। ਪਾਪ ਕੀ ਜੰਝ ਲੈ ਕਾਵਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾਲੋ। ਸਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾਲੋ। ਕਾਜੀਆ ਬਾਹਮਣਾ ਕੀ ਗਲ ਥਕੀ, ਅਗਦ ਪੜੈ ਸੈਤਾਨ ਵੇਲਾਲੋ। ਮੈਂ ਨਾਹੀ ਕਿਛ ਹਉ ਨਾਹੀ, ਕਿਛ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਘਰ ਦੂਜਾ, ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰੇ ਸੋ ਹੋਈ। ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰੇ ਸੋ ਹੋਈ। ਤੇਰਾ ਜੋਰ ਤੇਰੀ ਮਨ ਟੇਕਾ, ਸਦਾ ਸਦਾ ਜਪ ਨਾਨਕ ਏਕਾ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ,
ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਸਿਮਰਨ ਕਰ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਬਖਸ਼ਿਸ਼ਾਂ ਗੁਰੂ ਰਹਿਮਤਾਂ ਦਾ ਲਈਏ ਲਾਹਾ, ਗੁਰੂ ਚਰਨਾਂ ਵਿੱਚ ਕਰੀਏ ਅਰਦਾਸ ਬੇਨਤੀ, ਲਵਾਈਏ ਹਾਜ਼ਰੀ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਮੁਬਾਰਕ ਰਸਨਾ ਨੂੰ ਪਵਿੱਤਰ ਕਰਦੇ ਹੋਏ ਪ੍ਰੇਮ ਸਤਿਕਾਰ ਦੇ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਜਨ ਹੋ, ਜੋ ਉਸ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਇਹ ਕਾਇਨਾਤ ਦੇ ਵਿੱਚ ਰਹਿੰਦੇ ਹੋਏ ਕੁਝ ਸਮਾਂ ਆਪਣੇ ਗੁਰੂ ਆਪਣੇ ਇਸ਼ਟ ਦੇ ਲੇਖੇ ਲਾਉਂਦੇ ਹੋ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਿ ਹੋਈ। ਉਹ ਵੱਡੇ ਭਾਗਾਂ ਵਾਲੇ ਜੋ ਗੁਰੂ ਦੀ ਸੰਗਤ ਕਰਦੇ ਆ, ਤਨ ਨਾਲ ਸੇਵਾ, ਮਨ ਕਰਕੇ ਸਿਮਰਨ, ਧਨ ਕਰਕੇ ਦਸਵੰਧ ਦੇ ਕੇ ਸਮੇਂ ਦਾ ਲਾਹਾ ਲੈਂਦੇ ਆ। ਤੇ ਦੂਸਰੇ ਪੱਖ ਸਤਿਗੁਰਾਂ ਨੇ ਕਿਹਾ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਿਨਾਂ, ਗੁਰੂ ਦੀ ਸੰਤ ਜਨਾਂ ਦੀ ਸੰਗਤ ਤੋਂ ਬਿਨਾਂ ਇਸ ਜੀਵਨ ਦੇ ਵਿੱਚ ਵਿਕਾਰਾਂ ਦੀ ਮੈਲ ਭਰ ਜਾਂਦੀ ਹੈ। ਵਿਕਾਰਾਂ ਦੀ ਮੈਲ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨੁੱਖ ਨੂੰ ਇੰਨਾ ਜਕੜ ਲੈਂਦੇ ਨੇ
ਤੇ ਨਾਲ ਨਾਲ ਹੋਰ ਕੁਝ ਕੁ ਰੋਗ ਨੇ ਜਿਹੜੇ ਇਸ ਜਿੰਦ ਇਸ ਸਰੀਰ ਨੂੰ ਲੱਗ ਜਾਂਦੇ ਨੇ। ਤੇ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਇੱਕੋ ਹੈ, ਉਹ ਹੈ ਪ੍ਰਮਾਤਮਾ ਦਾ ਨਾਮ। ਔਖਦ ਤੋਂ ਭਾਵ ਦਵਾਈ ਹੈ ਜੀ, ਔਸ਼ਧੀ। ਸਰਬ ਰੋਗ ਕਾ ਔਖਦ ਨਾਮ, ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ। ਤੇ ਪਾਵਨ ਬਾਣੀ ਦਾ ਜਾਪ ਜ਼ਰੂਰ ਕਰਿਆ ਕਰੋ। ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਜਿਹਨੂੰ ਨਹੀਂ ਕਰਨਾ ਆਉਂਦਾ ਉਹਨੂੰ ਸੁਣਨਾ ਚਾਹੀਦਾ। ਜੇਕਰ ਸਾਰਾ ਪਾਠ ਕਰਨ ਦਾ ਸਮਾਂ ਨਹੀਂ, ਘੱਟੋ ਘੱਟ 6 ਅਸ਼ਟਪਦੀਆਂ, 4 ਅਸ਼ਟਪਦੀਆਂ, 2 ਅਸ਼ਟਪਦੀਆਂ। ਸੰਗਤ ਜੀ ਇਸ ਤਰ੍ਹਾਂ 5-4 ਦਿਨਾਂ ਵਿੱਚ, ਹਫ਼ਤੇ ਵਿੱਚ ਪਾਵਨ ਇੱਕ ਪਾਠ ਦਾ ਭੋਗ ਪੈ ਜਾਂਦਾ ਹੈ। ਤੇ ਸੁੱਖਾਂ ਦੀ ਮਣੀ ਇਹ ਬਾਣੀ ਮਨ ਨੂੰ ਸ਼ਾਂਤੀ ਦਿੰਦੀ ਹੈ, ਠੰਡਕ ਦਿੰਦੀ ਹੈ, ਜੇ ਬੰਦਾ ਪ੍ਰੇਮ ਭਾਵ ਨਾਲ ਪੜ੍ਹੇ। ਬਾਣੀ ਸਾਰੀ ਹੀ ਠੰਡਕ ਦਿੰਦੀ ਹੈ, ਬਾਣੀ ਸਾਰੀ ਹੀ ਸੁੱਖਾਂ ਦੀ ਮਣੀ ਹੈ। ਪਰ ਸੰਗਤ ਜੀ ਸੁਖਮਨੀ ਸਾਹਿਬ ਦੇ ਵਿੱਚ ਵਿਸ਼ੇਸ਼ਤਾ ਸਤਿਗੁਰਾਂ ਨੇ ਲਿਖ ਦਿੱਤੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਤਰਹੁ ਵਿਚਾਰ ਸਤਿਗੁਰਾਂ ਦੇ ਮੁਬਾਰਕ ਹੁਕਮਨਾਮੇ ਵਿਧੀ ਵਿਚਾਰ ਕਰੀਏ। ਸਮਾਂ ਸੀਮਤ ਹੁੰਦਾ ਹੈ। 723-24 ਅੰਗ ਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ। ਪਾਵਨ ਰਾਗ ਤਿਲੰਗ ਰਾਗ ਦੇ ਵਿੱਚ ਸੁਰ ਤਾਲ ਦੇ ਦੂਸਰੇ ਘਰ ਵਿੱਚ ਇਹਨਾਂ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ। ਕੀ ਸਮਝਾਉਂਦੇ ਆ, ਕੀ ਸਾਨੂੰ ਸਿੱਖਿਆ ਦਿੰਦੇ ਆ, ਆਓ ਗੁਰੂ ਸਾਹਿਬ ਤੋਂ ਨਿਮਾਣਤਾ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰੇ ਸੋ ਹੋਇ। ਉਹ ਪਰਮ ਪਿਤਾ ਪਰਮਾਤਮਾ ਸਾਰੇ ਜਗਤ ਦਾ ਰੱਖਕ ਹੈ, ਸਾਰੇ ਜਗਤ ਦਾ ਪਾਲਕ ਹੈ, ਸਾਰੇ ਜਗਤ ਦਾ ਸਾਜਣਹਾਰਾ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਹਰ ਇੱਕ ਜੀਵ ਜੋ ਜਿਉਂਦਾ, ਜਿਹਦੇ ਵਿੱਚ ਜਿੰਦ ਪਰਮਾਤਮਾ ਨੇ ਹੀ ਸਾਜਿਆ। ਤੁਧ ਬਿਨ ਦੂਜਾ ਨਾਹੀ ਕੋਇ, ਇੱਕੋ ਹੀ ਤੂੰ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਏ। ਕੋਈ ਦੂਸਰਾ ਤੇਰੇ ਤੁੱਲ ਬਰਾਬਰ ਦੀ ਟੱਕਰ ਦੇਣ ਵਾਲਾ ਨਹੀਂ, ਇੱਕੋ ਹੀ ਹੈ। ਏਕੋ ਸਿਮਰਿਆ ਨਾਨਕਾ ਦੂਜਾ ਕਾਹੇ ਕੂ। ਤੂੰ ਨਿਰਭਉ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਫਿਰ ਸਭ ਤੋਂ ਸੁਖਾਲਾ ਜਾਪ ਸਤਿਗੁਰਾਂ ਨੇ ਦੱਸਿਆ, ਜਿਹਦੇ ਵਿੱਚ ਉਸ ਇੱਕ ਦੀ ਵਿਸ਼ੇਸ਼ਤਾ ਦੱਸੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਆਦਿ ਤੋਂ ਸੱਚ ਸੀ, ਤਾਂ ਕਿਉਂ ਉਹ ਇਕੱਲਾ ਹੀ ਹੈ, ਉਹਦੇ ਤੁੱਲ ਕੋਈ ਦੂਸਰਾ ਨਹੀਂ। ਤੁਧ ਬਿਨ ਦੂਜਾ ਨਾਹੀ ਕੋਈ, ਹੈ ਪਰਮ ਪਿਤਾ ਪਰਮਾਤਮਾ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਮੈਨੂੰ ਨਜ਼ਰ ਨਹੀਂ ਆ ਰਿਹਾ। ਤੂੰ ਕਰਤਾਰ ਕਰੇ ਸੋ ਹੋਏ, ਤੂੰ ਆਪ ਕਰਨਹਾਰ ਹੈ, ਜੋ ਤੂੰ ਕਰਦਾ ਉਹੀ ਜਗਤ ਵਿੱਚ ਹੁੰਦਾ ਹੈ। ਇਹ ਸਾਡੇ ਵਹਿਮ ਭਰਮ ਨੇ ਕਿ ਸਵਾਈ ਪਣਾਈ ਗੰਢ ਮੂਲ ਪੰਚਕ ਇਹਨਾਂ ਨਾਲ ਕੋਈ ਸ਼ੁਭ ਅਸ਼ੁਭ ਹੁੰਦਾ ਹੈ, ਬਿਲਕੁਲ ਨਹੀਂ। ਜੋ ਕੁਛ ਉਹ ਪਰਮਾਤਮਾ ਚਾਹੁੰਦਾ ਉਹੀ ਕੁਝ ਹੁੰਦਾ। ਜੋ ਕੁਝ ਅਸੀਂ ਕਰਮ ਕਰਦੇ ਹਾਂ ਉਸ ਤਰ੍ਹਾਂ ਦਾ ਫਲ ਸਾਨੂੰ ਮਿਲਦਾ ਹੈ। ਕਿਉਂ? ਜੋ ਅਸੀਂ ਬੀਜਿਆ ਉਹੀ ਵੱਢਣਾ, ਜੋ
ਅਸੀਂ ਧਰਤੀ ਦੇ ਵਿੱਚ ਬੀਜ ਬੀਜਦੇ ਹਾਂ ਉਹੀ ਉਗਦਾ ਨਾ। ਇਸੇ ਤਰ੍ਹਾਂ ਇਸ ਕਰਮਾਂ ਰੂਪੀ ਖੇਤੀ ਦੇ ਵਿੱਚ ਜੋ ਅਸੀਂ ਬੀਜ ਬੀਜਦੇ ਹਾਂ ਉਹੀ ਉਗਦੇ ਨੇ, ਉਹੀ ਖਾਂਦੇ ਹਾਂ। ਬੀਜੈ ਬਿਖ ਮੰਗੈ ਅੰਮ੍ਰਿਤ, ਇਹ ਵੀ ਮਨੁੱਖ ਦਾ ਸੁਭਾਅ ਹੈ। ਬੀਜਦਾ ਜ਼ਹਿਰ ਹੈ, ਮੰਗਦਾ ਅੰਮ੍ਰਿਤ ਹੈ, ਫਿਰ ਕਿੱਥੋਂ ਮਿਲੇਗਾ। ਭਾਵ ਕਰਮ ਖੋਟੇ ਕਰਦਾ, ਭਾਲਦਾ ਸੁੱਖ ਹੈ, ਕਿੱਥੋਂ ਮਿਲਣਾ, ਨਹੀਂ ਮਿਲਣਗੇ। ਜੇ ਇਹ ਕਰਮ ਕਮਾਏ ਤੇਹਾ ਹੋਏ ਸੀ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਤੇਰਾ ਜੋਰ ਤੇਰੀ ਮਨ ਟੇਕ। ਹੇ ਪਰਮ ਪਿਤਾ ਪਰਮਾਤਮਾ, ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਭਾਵ ਤੇਰਾ ਹੀ ਆਸਰਾ ਹੈ। ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ। ਸਦਾ ਸਦਾ ਜਪ ਨਾਨਕ ਏਕ। ਇਸ ਕਰਕੇ ਇਹ ਪ੍ਰਾਣੀ ਸਦਾ, ਕੋਈ ਇੱਕ ਵੇਲੇ ਦੀ ਗੱਲ ਨਹੀਂ ਕੀਤੀ, ਕੋਈ 10 ਦਿਨਾਂ ਦੀ ਗੱਲ ਨਹੀਂ ਕੀਤੀ, ਸਦਾ ਸਦਾ ਜਪ ਨਾਨਕ ਏਕ, ਸਦਾ ਜਪਿਆ ਕਰ। ਜੇ ਉਹਨੂੰ ਸਦਾ ਜਪੇਗਾ ਤੇ ਜੀਵਨ ਵਿੱਚ ਕਦੇ ਦੁਖੀ ਨਹੀਂ ਹੋਏਗਾ। ਤੇਰੇ ਗੁਜਰਾਨ, ਤੇਰੇ ਖਾਣ ਖਰਚਣ ਦਾ ਪ੍ਰਬੰਧ ਉਹ ਪਰਮ ਪਿਤਾ ਪਰਮਾਤਮਾ ਆਪ ਕਰਦਾ ਹੈ। ਤੂੰ ਜਗਤ ਸੰਸਾਰ ਵਿੱਚ ਆਇਆ ਵੀ ਨਹੀਂ ਸੀ, ਉਸ ਨੇ ਤੇਰੇ ਆਉਣ ਤੋਂ ਪਹਿਲਾਂ ਤੇਰੀ ਖੁਰਾਕ ਦਾ ਪ੍ਰਬੰਧ ਕਰ ਦਿੱਤਾ। ਫਿਰ ਐਸੇ ਪਰਮਾਤਮਾ ਨੂੰ ਕਿਵੇਂ ਵਿਸਾਰ ਦਿੱਤਾ, ਕਿਵੇਂ ਭੁਲਾ ਦਿੱਤਾ, ਕਿਵੇਂ ਐਸੇ ਪਰਮਾਤਮਾ ਦੀ ਤੈਨੂੰ ਯਾਦ ਨਹੀਂ ਆਉਂਦੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਜੋ ਤੈਨੂੰ ਮਾਂ ਦੇ ਗਰਭ ਵਿੱਚ ਵੀ ਸੰਭਾਲਦਾ, ਉਸ ਨੂੰ ਕਿਵੇਂ ਭੁਲਾ ਦਿੱਤਾ। ਤਾਂ ਸਤਿਗੁਰੂ ਜੀ ਅੱਗੇ ਅਰਦਾਸ ਕਰਿਆ ਕਰ, ਸਤਿਗੁਰੂ ਜੀ ਤੇਰਾ ਸਹਾਰਾ ਬਸ। ਸਭ ਉਪਰ ਪਾਰ ਬ੍ਰਹਮ ਦਾਤਾਰ। ਸਾਰੀ ਲੋਕਾਈ, ਸਾਰੇ ਬ੍ਰਹਮੰਡ, ਸਾਰੀਆਂ ਧਰਤੀਆਂ ਪਾਤਾਲਾਂ, ਲੱਖ ਆਗਾਸਾਂ ਆਗਾਸ, ਲੱਖ ਪਾਤਾਲਾਂ ਪਾਤਾਲ, ਸਾਰੀਆਂ ਥਾਵਾਂ 'ਤੇ ਉਸ ਪਾਰ ਬ੍ਰਹਮ ਪਰਮਾਤਮਾ ਦਾ ਹੁਕਮ ਚੱਲਦਾ ਹੈ। ਸਭ ਉੱਪਰ ਪਾਰ ਬ੍ਰਹਮ, ਸਭ ਦੇ ਉੱਪਰ ਇਹਦਾ ਹੁਕਮ ਚੱਲਦਾ ਹੈ। ਦਾਤਾਰ ਸਭ ਨੂੰ ਦਾਤਾਂ ਦੇ ਰਿਹਾ, ਕਿਸੇ ਨੂੰ ਵਿਰਵਾ ਨਹੀਂ ਰੱਖਦਾ। ਇਸ ਦਾ ਮੁੱਢ ਕੁਦੀਮਾਂ ਦਾ ਸੁਭਾਅ ਹੈ ਪਿਆਰ ਵਾਲਾ। ਜਿਵੇਂ ਕਹਿੰਦੇ ਨੇ ਨਾ, ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਮਾਪੇ ਰਹਿੰਦੇ ਨੇ। ਤੇ ਫਿਰ ਇਹ ਸਾਡੇ ਮਾਪੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਤਾਕੋ ਭਉ ਕਿਹਾ ਕਾੜਾ ਜੀਓ। ਸਾਰੇ ਰਿਸ਼ਤੇ ਜਦੋਂ ਇਹਦੇ ਨਾਲ ਬਣਾ ਲਏ, ਅਸੀਂ ਕੇਤੇ ਲੈ ਲੈ ਮੁੱਕਰ ਪਾਹੇ। ਪਰਮਾਤਮਾ ਤੋਂ ਰੋਜ਼ ਬੜਾ ਕੁਝ ਲੈ ਲੈਂਦੇ ਹਾਂ, ਮੰਗ ਲੈਂਦੇ ਹਾਂ, ਪਰ ਸੰਗਤ ਜੀ ਜਦੋਂ ਸਾਨੂੰ ਕੁਝ ਮਿਲ ਜਾਏ ਫਿਰ ਅਸੀਂ ਗੁਰੂ ਦੇ ਦਰ 'ਤੇ ਜਾਣਾ ਵੀ ਛੱਡ ਦਿੰਦੇ ਹਾਂ। ਇਹ ਵੀ ਸੱਚ ਹੈ। ਜਿੰਨਾ ਚਿਰ ਕੁਝ ਮਿਲਿਆ ਨਹੀਂ ਓਨਾ ਚਿਰ ਅਸੀਂ ਗੁਰੂ ਘਰ ਆਉਂਦੇ ਰਹੇ, ਨੱਕ ਰਗੜਦੇ ਰਹੇ, ਘਰੇ ਪਾਠ ਕਰਦੇ ਰਹੇ, ਸੇਵਾ ਕਰਦੇ ਰਹੇ, ਬੜਾ ਕੁਝ ਕਰਦੇ ਰਹੇ। ਜਿਸ ਦਿਨ ਪਰਮਾਤਮਾ ਨੇ ਮਨੋਰਥ ਕਾਰਜ ਪੂਰਾ ਕਰ ਦਿੱਤਾ, ਉਸ ਦਿਨ ਹੀ ਢਿੱਲਾ ਛੱਡ ਦਿੱਤਾ ਸਰੀਰ ਨੂੰ। ਉਸ ਦਿਨ ਹੀ ਅੰਮ੍ਰਿਤ ਵੇਲੇ ਜਾਗਣਾ ਤਿਆਗ ਦਿੱਤਾ। ਕਿਉਂ? ਜੋ ਚਾਹੀਦਾ ਸੀ ਉਹ ਮਿਲ ਗਿਆ। ਫਿਰ ਐਸੇ ਜੀਵਾਂ ਨੂੰ ਕੀ ਕਹਿੰਦੇ ਨੇ? ਕੇਤੇ ਲੈ ਲੈ ਮੁੱਕਰ ਪਾਹੇ। ਪਰਮਾਤਮਾ ਤੋਂ ਲੈ ਲਿਆ ਤੇ ਜਦੋਂ ਸਭ ਕੁਝ ਮਿਲ ਗਿਆ ਉਦੋਂ ਮੁੱਕਰ ਗਿਆ। ਭਾਵ ਹੁਣ ਸਮਾਂ ਨਹੀਂ ਨਿਕਲਦਾ, ਹੁਣ ਨਹੀਂ ਜਾਇਆ ਜਾਂਦਾ ਉਹਦੇ ਦਰ 'ਤੇ। ਪਹਿਲਾਂ ਕੁਝ ਚਾਹੀਦਾ ਸੀ। ਇਹ ਆਪਾਂ ਸੰਸਾਰਿਕ ਤੌਰ 'ਤੇ ਉਦਾਹਰਣ ਲੈ ਲਈਏ। ਕਿਸੇ ਤੋਂ ਆਪਾਂ ਕੁਝ ਉਧਾਰ ਲੈਣਾ ਹੋਵੇ, ਉਹਦੇ ਨਾਲ ਬੜਾ ਪ੍ਰੇਮ ਰੱਖਦੇ ਆ। ਦੂਜੇ ਤੀਜੇ ਉਹਦੇ ਕੋਲ ਗੇੜਾ ਮਾਰਦੇ ਆ। ਕਿਉਂ? ਬੰਦਾ ਆਪਣੇ 'ਤੇ ਧਿੱਜ ਜਾਏ। ਜਦੋਂ ਉਸਨੇ ਆਪਾਂ ਨੂੰ ਕੁਝ ਦੇ ਦਿੱਤਾ ਤੇ ਸਾਡੇ ਤੋਂ ਸਮੇਂ ਸਿਰ ਚੀਜ਼ ਨਾ ਮੁੜੇ, ਫਿਰ ਅਸੀਂ ਉਹਦਾ ਵਾਰ ਵੀ ਛੱਡ ਦਿੰਦੇ ਹਾਂ ਵੀ ਇੱਥੋਂ ਦੀ ਲੰਘਣਾ ਵੀ ਠੀਕ ਨਹੀਂ। ਕਿਉਂ? ਉਹ ਮੂਹਰੇ ਨਾ ਕਿਤੇ ਟੱਕਰ ਜੇ। ਮੈਂ ਆਪ ਇੱਥੇ ਕਈਆਂ ਨੂੰ ਥੋੜ੍ਹਾ ਬਹੁਤਾ ਦੇ ਕੇ ਦੇਖਿਆ ਤੇ ਗੁਰੂ ਘਰ ਦਾ ਵਾਰ ਛੱਡ ਜਾਂਦੇ। ਉੱਪਰ ਦੀ ਘੁੰਮ ਕੇ ਆਉਣਗੇ ਜਾਂ ਪਹਿਲਾਂ ਵੇਖਣਗੇ ਵੀ ਆਹ ਟਾਈਮ ਇਹ ਬਾਹਰ ਨਹੀਂ ਹੁੰਦੇ।
ਬਹੁਤ ਵੱਡੀ ਗੱਲ ਹੈ ਇਹ। ਇਸੇ ਤਰ੍ਹਾਂ ਇਹ ਜਗਤ ਸੰਸਾਰ ਗੁਰੂ ਦੇ ਨਾਲ ਕਰਦਾ ਹੈ। ਗੁਰੂ ਕਿਸੇ ਨਾਲ ਕੋਈ ਫਰਕ ਨਹੀਂ ਰੱਖਦਾ, ਕਿਸੇ ਨਾਲ ਕੋਈ ਵੱਡਾ ਛੋਟਾ, ਊਚ ਨੀਚ, ਜਾਤ ਪਾਤ ਦਾ ਭੇਦ ਭਾਵ ਇਸ ਤਰ੍ਹਾਂ ਵਿਤਕਰੇ ਨਹੀਂ ਕਰਦਾ। ਪਰ ਫਿਰ ਵੀ ਮੇਰੇ ਵਰਗੇ ਕਿੰਨੇ ਨੇ ਜਿਹੜੇ ਗੁਰੂ ਦੇ ਦਰ ਦਾ ਖਾਂਦੇ ਤਾਂ ਹੈ, ਪਰ ਸੇਵਾ ਸਿਮਰਨ ਜੀਵਨ ਵਿੱਚੋਂ ਕੱਢ ਰੱਖਿਆ ਨਹੀਂ ਕਰਦੇ। ਤਾਂ ਗੁਰੂ ਸਾਹਿਬ ਕਹਿੰਦੇ ਕੇਤੇ ਲੈ ਲੈ ਮੁਕਰ ਪਾਹੇ। ਕਿੰਨਾ ਕੁਝ ਪ੍ਰਾਪਤ ਕਰ ਲਿਆ ਗੁਰੂ ਤੋਂ। ਬੱਚੇ ਵਿਦੇਸ਼ ਜਾਣ, ਕਰੋ ਅਰਦਾਸਾਂ। ਘਰ ਵਿੱਚੋਂ ਦੁੱਖ ਚਲਾ ਜਾਏ, ਕਰੋ ਅਰਦਾਸਾਂ। ਅੱਤ ਦੇ ਦੁਖੀ ਆ, ਕਾਰਜ ਰਾਸ ਨਹੀਂ ਹੁੰਦੇ, ਕਰੋ ਅਰਦਾਸਾਂ। ਪਰ ਜਿੱਦੇ ਸਭ ਕੁਝ ਹੋ ਜਾਏ ਉਸ ਦਿਨ ਬੁਰਾ ਨਾ ਮਨਾਇਓ। ਗੱਲ ਸੱਚੀ ਹੈ, ਇਕੱਲੇ ਆਪਣਿਆਂ ਵਾਸਤੇ ਨਹੀਂ, ਇਹ ਸਾਰੇ ਜਗਤ ਵਾਸਤੇ ਗੁਰੂ ਸਾਹਿਬ ਦਾ ਫਰਮਾਨ ਹੈ। ਫਿਰ ਮਨੁੱਖ ਮੂੰਹ ਪਾਸੇ ਕਰ ਲੈਂਦਾ, ਟਾਈਮ ਹੀ ਨਹੀਂ ਲੱਗਦਾ, ਉੱਠਿਆ ਹੀ ਨਹੀਂ ਜਾਂਦਾ। ਅਲਾਰਮ ਲੱਗੇ ਹੋਏ ਵੀ ਬੰਦ ਕਰ ਦਿੰਦਾ। ਕੋਈ ਭਾਗਾਂ ਵਾਲਾ ਹੀ ਜਾਗਦਾ ਹੈ। ਆਪਣੀ ਕਿਰਤ ਵਾਸਤੇ ਦੋਧੀ ਜਾਗਦੇ ਨੇ, ਅੱਧੀ ਰਾਤ ਉੱਠਦੇ ਨੇ, 2-2:30 ਵਜੇ ਤਵੇਲਿਆਂ ਵਿੱਚ ਜਾ ਵੜਦੇ ਨੇ, ਪਸ਼ੂਆਂ ਦਾ ਦੁੱਧ ਕਢਾਉਂਦੇ ਨੇ ਅਤੇ ਡਰਮ ਭਰਦੇ ਨੇ ਆਪਣੇ ਕਾਰੋਬਾਰ ਵਾਸਤੇ। ਆਪਣੀ ਕਿਰਤ ਹੈ। ਕੋਈ ਸਬਜ਼ੀ ਬੀਜਦਾ, ਸਬਜ਼ੀ ਮੰਡੀ ਲੈ ਕੇ ਜਾ ਰਿਹਾ, ਕੋਈ ਮੰਡੀਓਂ ਸਬਜ਼ੀ ਲੈ ਕੇ ਆ ਰਿਹਾ, ਆਪਣੀ ਕਿਰਤ ਹੈ। ਕੋਈ ਖੇਤ ਨੂੰ ਪਾਣੀ ਦੇਣ ਵਾਸਤੇ ਜਾਗਿਆ, ਖੇਤ ਜਾਣਾ, ਪਾਣੀ ਦੇਣਾ, ਵਾਰੀ ਹੈ, ਜਾਗਿਆ ਹੈ। ਪਰ ਪਰਮਾਤਮਾ ਦੇ ਲਈ, ਗੁਰੂ ਦੇ ਲਈ ਬਹੁਤ ਬਿਰਲੇ ਥੋੜ੍ਹੇ ਨੇ ਜਿਹੜੇ ਜਾਗਦੇ ਨੇ, ਉਹਦੀ ਯਾਦ ਵਿੱਚ ਜੁੜ ਕੇ ਜਪਦੇ ਨੇ ਸਤਨਾਮ ਸ੍ਰੀ, ਸਤਨਾਮ ਸ੍ਰੀ। ਥੋੜ੍ਹੇ ਸਰੀਰ ਹੁੰਦੇ ਨੇ ਜੋ ਉਸ ਪਰਮਾਤਮਾ ਦੀ ਯਾਦ ਵਿੱਚ ਜਾਗਦੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਗੁਰੂ ਦੇ ਲਈ ਜਾਗਦੇ ਨੇ, ਪਰਮਾਤਮਾ ਦੇ ਲਈ ਜਾਗਦੇ ਨੇ। ਅੰਮ੍ਰਿਤ ਵੇਲੇ ਜਾਗ ਕੇ ਉਸ ਗੁਰੂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਨੇ। ਕਿਉਂ ਸਭ ਉੱਪਰ ਪਾਰ ਬ੍ਰਹਮ ਦਾਤਾਰ। ਉਹ ਦਾਤਾਂ ਦੇਣ ਵਾਲਾ ਮਾਲਕ ਸਭ ਦੇ ਉੱਪਰ ਆਪਣੀ ਨਿਗਾਹ ਰੱਖਦਾ ਹੈ। ਸਾਡੀ ਨਿਗਾਹ ਉਹਦੇ ਵੱਲ ਹੋਵੇ ਨਾ ਹੋਵੇ, ਉਹਦੀ ਨਿਗਾਹ ਸਾਡੇ 'ਤੇ ਰਹਿੰਦੀ ਹੈ। ਫਰੀਦ ਸਾਹਿਬ ਨੂੰ ਕਹਿਣਾ ਪਿਆ, ਜੇ ਤਾਂ ਰੱਬ ਵਿਸਾਰਿਓ ਤਾਂ ਰੱਬ ਨਾ ਵਿਸਰਿਓ। ਜੇ ਤੂੰ ਵਿਸਾਰ ਦਿੱਤਾ, ਰੱਬ ਨੂੰ ਭੁਲਾ ਦਿੱਤਾ, ਖਾਣ ਪੀਣ ਵੇਲੇ ਨਹੀਂ ਯਾਦ ਕੀਤਾ, ਪਰਮਾਤਮਾ ਨੇ ਧਨ ਪਦਾਰਥ ਦਿੱਤਾ, ਉਹਨੂੰ ਨਹੀਂ ਯਾਦ ਕੀਤਾ, ਤੰਦਰੁਸਤੀ ਦਿੱਤੀ, ਉਹਨੂੰ ਨਹੀਂ ਯਾਦ ਕੀਤਾ, ਪਰ ਉਸ ਪਰਮਾਤਮਾ ਨੇ ਤੇ ਤੈਨੂੰ ਨਹੀਂ ਭੁਲਾਇਆ, ਤੂੰ ਤੇ ਉਹਦੀ ਨਿਗਾਹ ਵਿੱਚ ਹੈ। ਤੇਰੀ ਟੇਕ ਤੇਰਾ ਆਧਾਰ। ਹੇ ਪਰਮ ਪਿਤਾ ਪਰਮਾਤਮਾ ਜੀ, ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ। ਰਹਾਉ ਦਾ ਵਿਸਰਾਮ ਦੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਆ, ਹੈ ਤੂੰ ਹੋਵਨਹਾਰ। ਹੇ ਪਰਮ ਪਿਤਾ ਪਰਮਾਤਮਾ ਜੀ, ਹੇ ਪ੍ਰਭੂ, ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈ। ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਹੇ ਆਪਹੁੰਚ, ਹੇ ਅਥਾ ਪ੍ਰਭੂ, ਹੇ ਸਭ ਤੋਂ ਉੱਚੇ ਬੇਅੰਤ ਪ੍ਰਭੂ। ਆਗਮ ਅਗਾਧ ਉੱਚ ਅਪਾਰ। ਧੰਨ ਸਤਿਗੁਰੂ ਜੀ ਕਹਿੰਦੇ ਨੇ, ਤੂੰ ਸਭ ਤੋਂ ਵੱਡਾ ਏ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ। ਹੇ ਪਰਮ ਪਿਤਾ ਪਰਮਾਤਮਾ ਜੀ, ਤੁਸੀਂ ਜਿੱਥੇ ਸਾਰੀਆਂ ਤਾਕਤਾਂ ਦੇ ਮਾਲਕ ਹੋ, ਜੋ ਤੁਧ ਸੇਵਾ, ਜੋ ਤੁਹਾਨੂੰ ਸਿਮਰਦੇ ਹੈ, ਜੋ ਤੁਹਾਡੇ ਦਰ ਦੀ ਸੇਵਾ ਕਰਦੇ ਹੈ, ਤੁਹਾਡੇ ਦਰ, ਤੁਹਾਡੇ ਚਰਨਾਂ ਦਾ ਧਿਆਨ ਧਰਦੇ ਹੈ। ਤਿੰਨ ਭਾਉ, ਭਾਉ ਤੋਂ ਭਾਵ ਡਰ, ਉਹਨਾਂ ਨੂੰ ਡਰ ਕੋਈ ਨਹੀਂ। ਦੁੱਖ ਆਪ ਆਪਣੇ ਪਿਆਰਿਆਂ ਨੂੰ ਨਹੀਂ ਆਉਣ ਦਿੰਦੇ।
ਜੇ ਦੁੱਖ ਆਉਂਦਾ ਵੀ ਹੈ ਤਾਂ ਦੂਸਰਿਆਂ ਨੂੰ ਇਉਂ ਲੱਗਦਾ ਵੀ ਇਹ ਬੰਦਾ ਦੁਖੀ ਬਹੁਤ ਹੈ, ਪਰ ਸਤਿਗੁਰੂ ਜੀ ਉਹਨਾਂ ਦੀ ਅਸਲ ਦੇ ਵਿੱਚ ਅਵਸਥਾ ਇਹ ਬਣੀ ਹੁੰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਾ। ਉਹਨਾਂ ਨੂੰ ਦੁੱਖ ਪ੍ਰਤੀਤ ਨਹੀਂ ਹੁੰਦੇ। ਉਹਨਾਂ ਦੀ ਤੇ ਤੇਰੇ ਨਾਲ ਲਿਵ ਲੱਗਣ ਕਰਕੇ, ਤੇਰੇ ਨਾਲ ਜੁੜਨ ਕਰਕੇ, ਤੈਨੂੰ ਧਿਆਉਣ ਕਰਕੇ ਉਹਨਾਂ ਨੂੰ ਤੇ ਦੁੱਖ ਵੀ ਦਾਤ ਲੱਗਦੇ ਨੇ। ਦੁਖ ਭੂਖ ਸਦ ਤੇਰੀ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਦਾਤਾਰ ਪਾਤਸ਼ਾਹ ਜੀ, ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ। ਉਹਨਾਂ ਨੂੰ ਨਾ ਕੋਈ ਡਰ ਹੈ ਤੇ ਨਾ ਹੀ ਫਿਰ ਕੋਈ ਦੁੱਖ ਪਾਉਂਦਾ ਹੈ। ਸੰਸਾਰ ਵਿੱਚ ਬਹੁਤੇ ਐਸੇ ਨੇ ਜੋ ਨਾਮ ਅਭਿਆਸੀਆਂ ਨੂੰ ਦੁੱਖ ਦਿੰਦੇ ਨੇ, ਪਰ ਬਦਲੇ ਵਿੱਚ ਆਪ ਹੀ ਦੁਖੀ ਹੋਈ ਜਾਂਦੇ ਨੇ। ਬੰਦਗੀ ਕਰਨ ਵਾਲੇ ਨੂੰ ਕਿੰਨਾ ਕੁ ਦੁਖੀ ਕਰੇਗਾ ਕੋਈ। ਤੇ ਇੱਕ ਗੱਲ ਚੇਤੇ ਰੱਖਿਓ, ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਨਾ ਬਿਰਥਾ ਜਾਏ। ਕਦੇ ਵੀ ਕਿਸੇ ਰੱਬ ਦੇ ਪਿਆਰੇ ਦਾ ਮਜ਼ਾਕ ਨਾ ਉਡਾਇਓ, ਕਦੇ ਕਿਸੇ ਪਰਮਾਤਮਾ ਦੀ ਯਾਦ ਵਿੱਚ ਜੁੜਨ ਵਾਲੇ ਦੀ ਨਿੰਦਿਆ ਨਾ ਕਰਿਓ। ਇਹ ਨਿੰਦਾ ਦਾ ਭਾਰ ਇਹਨਾਂ ਬੰਦੇ ਨੂੰ ਲੈ ਡੁੱਬਦਾ ਹੈ, ਕੁਲਾਂ ਡੁੱਬ ਜਾਂਦੀਆਂ ਨੇ। ਬਹੁਤ ਵੱਡਾ ਰੋਗ ਹੈ ਨਿੰਦਿਆ, ਕਿਸੇ ਦੀ ਬੁਰਾਈ, ਕਿਸੇ ਦੀ ਮੈਲ ਧੋਣੀ, ਅਗਲੇ ਦੇ ਜੀਵਨ ਦਾ ਰਾਹ ਪੱਧਰਾ ਕਰਨਾ। ਤਨਖਾਹ ਕੋਈ ਨਹੀਂ, ਕੰਮ ਬੜੇ ਇਮਾਨ ਦਾ ਕਰਦੇ ਨੇ ਜਿਹੜੇ ਨਿੰਦਕ ਨੇ, ਜਿਨ੍ਹਾਂ ਦੀ ਆਦਤ ਬਣ ਗਈ ਨਿੰਦਾ ਕਰਨੀ, ਸੁਭਾਅ ਬਣ ਗਿਆ। ਮੌਕਾ ਮਿਲਣਾ ਚਾਹੀਦਾ, ਬਸ ਰੱਬ ਦੇ ਘਰ ਦੀ ਨਹੀਂ, ਰੱਬ ਦੇ ਪਿਆਰਿਆਂ ਦੀ ਨਿੰਦਿਆ, ਮੈਲ ਧੋਣੀ, ਨਾ ਹੋਈਆਂ ਗੱਲਾਂ ਕਰਨੀਆਂ, ਇਹ ਬੰਦੇ ਨੂੰ ਡੋਬ ਦਿੰਦੀਆਂ ਨੇ। ਇਸ ਕਰਕੇ ਕਦੇ ਵੀ ਕਿਸੇ ਦੀ ਨਿੰਦਾ ਨਾ ਕਰੋ। ਸੱਚ ਨੂੰ ਸੱਚ ਕਹਿਣ ਦੀ ਤਾਕਤ, ਹਿੰਮਤ ਰੱਖੋ, ਤੇ ਪਰ ਨਿੰਦਾ ਕਿਸੇ ਦੀ ਵੀ ਨਾ ਕਰੋ। ਨਿੰਦਾ ਭਲੀ ਕਿਸੈ ਕੀ ਨਾਹੀ, ਕਰਦੇ ਕੌਣ ਹੈ ਮਨਮੁਖ ਮੁਗਧ ਮੂਰਖ ਬੰਦੇ। ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਘੋਰ ਪਵਨ। ਉਹਨਾਂ ਦੇ ਸਤਿਗੁਰੂ ਜੀ ਕਹਿੰਦੇ ਮੂੰਹ ਕਾਲੇ, ਨਰਕੇ ਘੋਰ ਪਵਨ, ਨਰਕਾਂ ਦੇ ਵਿੱਚ ਜਾਣਗੇ। ਇਸ ਕਰਕੇ ਸ਼ੁਭ ਕਰਮ ਕਰਕੇ ਉਸ ਪਰਮ ਪਿਤਾ ਪਰਮਾਤਮਾ ਤੋਂ ਖੁਸ਼ੀਆਂ ਲੈਣੀਆਂ। ਉਸ ਪਰਮਾਤਮਾ ਦੀ ਸਾਡੇ ਤੇ ਨਦਰ ਸਵੱਲੀ ਬਣੀ ਰਹੇ। ਇਸ ਕਰਕੇ ਸਿਮਰਨ ਕਰਨਾ, ਭਜਨ ਬੰਦਗੀ ਕਰਨੀ, ਚੰਗਿਆਈਆਂ ਵਾਲੇ ਪਾਸੇ ਤੁਰਨਾ। ਪਰ ਸੰਗਤ ਜੀ, ਇਸ ਜਗਤ ਦਾ ਸੁਭਾਅ ਹੈ ਚੰਗਿਆਈਆਂ ਆਲਕ ਕਰੇ, ਬੁਰਿਆਈਆਂ ਹੋਏ ਸ਼ੇਰ। ਚੰਗੇ ਕੰਮਾਂ ਵਾਸਤੇ ਆਲਸ, ਨੀਂਦ ਹੈ ਉਹ ਦੱਬ ਲੈਂਦੀ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਵੇਲਾ, ਉਦੋਂ ਨੀਂਦ ਆ ਗਈ। ਤੇ ਸਤਿਗੁਰੂ ਜੀ ਕਹਿੰਦੇ ਮੰਦ ਕਰਮ ਖੋਟੇ ਕਰਮਾਂ ਵਾਸਤੇ ਜਾਗਦਾ ਹੈ। ਦੇਖੋ ਕੈਸਾ ਮਨੁੱਖੀ ਸੁਭਾਅ। ਤਾਂ ਸਤਿਗੁਰੂ ਜੀ ਕਹਿੰਦੇ ਜੋ ਤੁਹਾਨੂੰ ਸੇਵਦੇ ਆ, ਜੋ ਆਰਾਧਦੇ ਆ, ਉਹਨਾਂ ਨੂੰ ਨਾ ਭਾਓ ਕੋਈ ਡਰ ਹੈ। ਭਾਵੇਂ ਫਿਰ ਚਰਖੜੀਆਂ ਤੇ ਚੜ੍ਹਨ ਦਾ ਹੋਵੇ, ਕੋਈ ਡਰ ਨਹੀਂ। ਸਮਾਂ ਭਾਵੇਂ ਖੋਪਰ ਉਤਰਾਉਣ ਦਾ ਹੋਵੇ, ਕੋਈ ਡਰ ਨਹੀਂ। ਤੇ ਹੁਣ ਖੋਪਰ ਉਤਾਰਿਆ ਕੀ ਦੁੱਖ ਨਹੀਂ? ਬਹੁਤ ਵੱਡਾ ਦੁੱਖ ਆਪਣੀਆਂ ਨਿਗਾਹਾਂ ਦੇ ਵਿੱਚ ਹੈ, ਪਰ ਜਿਹਨੇ ਖੋਪਰ ਉਤਰਾਇਆ ਉਹਨੂੰ ਕੋਈ ਦੁੱਖ ਨਹੀਂ। ਉਹਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਖੋਪਰ ਉਤਰਾ ਦਿੱਤਾ। ਕਿੰਨੀ ਤਾਕਤ ਹੋਵੇਗੀ ਜਪਜੀ ਸਾਹਿਬ ਦੀ ਬਾਣੀ ਵਿੱਚ। ਕੋਈ ਆਰੇ ਨਾਲ ਚੀਰਿਆ ਜਾ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ। ਕੋਈ ਰੂਹ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਹੈ, ਪਾਵਨ ਬਾਣੀ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ। ਕੋਈ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ, ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ। ਬਹੁਤ ਤਾਕਤ ਹੈ ਇਸ ਪਾਠ ਦੇ ਵਿੱਚ, ਪਰ ਸੰਗਤ ਜੀ ਇਕਾਗਰਤਾ ਦੇ ਨਾਲ ਇਹ ਪਾਠ ਕੀਤਾ ਨਹੀਂ ਜਾਂਦਾ। ਤੁਰਦੇ ਫਿਰਦੇ ਆਪਣੇ ਕੰਮ ਧੰਦੇ ਕਰਦੇ ਇਹ ਬਾਣੀ ਨੂੰ ਪੜ੍ਹ ਸਕਦੇ ਹਾਂ, ਤੇ ਪੜ੍ਹ ਕੇ
ਇਸ ਬਾਣੀ ਦੇ ਰਾਹੀਂ ਅਸੀਂ ਸਤਿਗੁਰਾਂ ਤੋਂ ਸੁੱਖ ਲੈ ਸਕਦੇ ਹਾਂ। ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਕੋਈ ਬਿਰਲਾ ਜਨ ਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਨਾਨਕ ਗੁਣ ਗਾਹੇ। ਸਤਿਗੁਰੂ ਜੀ ਕਹਿੰਦੇ ਕੋਈ ਬਿਰਲਾ ਉਸ ਪਰਮਾਤਮਾ ਦੀ ਕਿਰਪਾ ਕਰਕੇ ਗੁਣ ਗਾਉਂਦਾ, ਅੰਮ੍ਰਿਤ ਵੇਲੇ ਜਾਗਦਾ ਹੈ ਤੇ ਉਸ ਦੀ ਯਾਦ ਵਿੱਚ ਜੁੜਦਾ ਹੈ। ਜੋ ਦੀਸੈ ਸੋ ਤੇਰਾ ਰੂਪ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਗਈ ਉਹਨਾਂ ਨੂੰ ਫਿਰ ਜੋ ਵੀ ਦਿਖਦਾ ਸਭ ਤੁਹਾਡਾ ਹੀ ਰੂਪ ਨਜ਼ਰ ਆਉਂਦਾ। ਜਿਵੇਂ ਭਾਈ ਕਨ੍ਹਈਏ ਨੂੰ ਦੁਸ਼ਮਣ ਦੇ ਵਿੱਚੋਂ ਹੀ ਤੁਹਾਡਾ ਰੂਪ ਨਜ਼ਰ ਆ ਰਿਹਾ ਸੀ। ਖਾਲਸਾਈ ਫੌਜਾਂ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਪਛਾੜਦੀਆਂ ਨੇ, ਤੇ ਪਰ ਦੂਸਰੇ ਪਾਸੇ ਭਾਈ ਕਨ੍ਹਈਏ ਦੀ ਸੇਵਾ ਲੱਗੀ ਹੋਈ ਹੈ। ਤੂੰ ਆਪਣੇ ਸਿੱਖਾਂ ਨੂੰ ਪਾਣੀ ਪਿਆਉਣਾ, ਇੱਥੇ ਇਕੱਲੇ ਸਿੱਖ ਖਾਲਸੇ ਫੌਜ ਨੂੰ ਨਹੀਂ, ਉਹ ਨਾਲ ਦੁਸ਼ਮਣਾਂ ਦੀ ਫੌਜ ਨੂੰ ਵੀ ਪਾਣੀ ਪਿਲਾ ਰਹੇ ਨੇ। ਸ਼ਿਕਾਇਤ ਹੋ ਗਈ, ਕੀ ਕਾਰਨ? ਕਹਿੰਦਾ ਸਤਿਗੁਰੂ ਜੀ ਕੀ ਕਰਾਂ, ਮੈਨੂੰ ਤੁਹਾਡੇ ਰੂਪ ਤੋਂ ਬਿਨਾ ਕੋਈ ਦੂਸਰਾ ਨਜ਼ਰ ਹੀ ਨਹੀਂ ਆ ਰਿਹਾ। ਮੈਨੂੰ ਦੁਸ਼ਮਣ ਦੇ ਵਿੱਚ ਵੀ ਤੁਹਾਡਾ ਚਿਹਰਾ ਨਜ਼ਰ ਆ ਰਿਹਾ। ਕਿਉਂ? ਪ੍ਰੇਮ ਹੀ ਇੰਨਾ ਬਣ ਗਿਆ, ਜਪ ਹੀ ਇੰਨਾ ਰਹੇ ਨੇ। ਤਾਂ ਸਤਿਗੁਰੂ ਜੀ ਕਹਿੰਦੇ ਨੇ ਜੋ ਦੀਸੈ ਸੋ ਤੇਰਾ ਰੂਪ। ਜੀ ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਫਿਰ ਤੇਰ ਮੇਰ ਨਹੀਂ ਕਰਦਾ, ਊਚ ਨੀਚ ਨਹੀਂ ਵੇਖਦਾ, ਉਹ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਹੀ ਵੇਖਦਾ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਭੇਦ ਭਾਵ ਨਹੀਂ ਕਰਦਾ। ਗੁਣ ਨਿਧਾਨ ਗੋਬਿੰਦ ਅਨੂਪ। ਧੰਨ ਸਤਿਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਹੇ ਪ੍ਰਭੂ, ਜਗਤ ਵਿੱਚ ਜੋ ਕੁਝ ਦਿਸਦਾ ਹੈ ਤੇਰਾ ਹੀ ਸਰੂਪ ਹੈ। ਹੇ ਗੁਣਾਂ ਦੇ ਖਜ਼ਾਨੇ ਸੋਹਣੇ ਗੋਬਿੰਦ, ਇਹ ਸਾਰਾ ਜਗਤ ਹੀ ਤੇਰਾ ਰੂਪ ਹੈ। ਸਿਮਰ 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 ਜਨ ਸੋਏ, ਐ ਜੀਵ, ਐ ਮਨੁੱਖ ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੋ। ਨਾਨਕ ਕਰਮ ਪ੍ਰਾਪਤ ਹੋਏ। ਅੰਤਿਮ ਪੰਕਤੀਆਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਨਾਨਕ, ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ। ਜਿਨ ਜਪਿਆ ਤਿਸ ਕਉ ਬਲਿਹਾਰ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸਿਮਰਿਆ ਜਪਿਆ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਤਿਸ ਕੈ ਸੰਗ ਤਰੈ ਸੰਸਾਰ। ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ, ਭਜਨ ਬੰਦਗੀ ਕਰਦਾ, ਉਹਦੇ ਸੰਗ ਕਰਕੇ ਸਾਰਾ ਜਗਤ, ਸਾਰਾ ਸੰਸਾਰ ਤਰ ਸਕਦਾ ਹੈ। ਕਿਉਂ? ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਪ੍ਰਮਾਣ ਦੇ ਦਿੱਤਾ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੈ ਨਾਮ। ਪਰਮਾਤਮਾ ਦਾ ਪਿਆਰਾ ਉਸ ਪਰਮਾਤਮਾ ਦੀ ਵਡਿਆਈ, ਉਹਦੇ ਨਾਮ ਦੀ ਗੱਲ ਕਰੇਗਾ। ਜਿਹੜਾ ਕੋਈ ਮੇਰੇ ਵਰਗਾ ਪਖੰਡੀ ਹੋਏਗਾ, ਉਹ ਆਪਣੇ ਆਪ ਦੀ ਗੱਲ ਕਰੇਗਾ ਵੀ ਮੈਂ ਰੱਬ ਆ, ਮੈਨੂੰ ਰੱਬ ਦੇ ਦਿਦਾਰੇ ਹੋਏ ਨੇ। ਉਹਨੇ ਕਿਹਾ ਵੀ ਤੇਰੇ ਗੁਣ ਦੁਨੀਆ ਗਾਵੇ ਤੇ ਤਰ ਜਾਏਗੀ। ਇਹ ਪਖੰਡੀਆਂ ਦਾ ਕੰਮ ਹੁੰਦਾ ਹੈ। ਜਿਹੜਾ ਰੱਬ ਦਾ ਪਿਆਰਾ ਉਹ ਪਰਮਾਤਮਾ ਦੇ ਨਾਲ ਜੋੜੇਗਾ, ਉਹਦੇ ਘਰ ਦੀ ਗੱਲ ਕਰੇਗਾ। ਤਾਂ ਸਤਿਗੁਰੂ ਜੀ ਅੰਤਿਮ ਪੰਕਤੀਆਂ ਵਿੱਚ ਕਹਿੰਦੇ ਨੇ, ਕਹੋ ਨਾਨਕ ਮੇਰੀ ਲੋਚਾ ਪੂਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਮੇਰੀ ਤਾਂ ਤਾਂਘ ਪੂਰੀ ਹੋ ਗਈ। ਕਿਹੜੀ ਤਾਂਘ ਪੂਰੀ ਹੋ ਗਈ ਤੇ ਕਿਹੜੀ ਤਾਂਘ ਪੂਰੀ ਹੋਣ ਵਾਸਤੇ ਬੇਨਤੀ ਕੀਤੀ ਹੈ? ਸੰਤ ਜਨਾ ਕੀ ਬਾਛੋ ਧੂਰ। ਆਪ ਜੀ ਦੇ ਪਿਆਰਿਆਂ ਦੀ ਸੇਵਾ ਕਰਨ ਵਾਲਿਆਂ ਦੀ, ਸਿਮਰਨ ਕਰਨ ਵਾਲਿਆਂ ਦੀ, ਭਜਨ ਬੰਦਗੀ ਕਰਨ ਵਾਲਿਆਂ ਦੀ ਮੈਨੂੰ ਚਰਨ ਧੂੜ ਮਿਲ ਜਾਏ।
ਮੈਂ ਉਹ ਚਰਨ ਧੂੜ ਆਪਣੇ ਮੱਥੇ ਲਾ ਲਵਾਂ। ਦੇਖੋ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੰਦਗੀ ਕਰਨ ਵਾਲਿਆਂ ਦੀ ਚਰਨ ਧੂੜ ਹੈ ਜਿਹੜੀ, ਮੈਨੂੰ ਉਹ ਪ੍ਰਾਪਤ ਹੋ ਜਾਏ। ਤੇ ਸੰਗਤ ਜੀ, ਚਰਨ ਧੂੜ ਦਾ ਬਹੁਤ ਵੱਡਾ ਮਹਾਤਮ ਹੈ। ਇਹਦੇ ਬਾਬਤ ਗੁਰੂ ਸਾਹਿਬ ਸਮਾਂ ਬਖਸ਼ਣ, ਫਿਰ ਵਿਚਾਰ ਕਰਾਂਗੇ। ਆਓ ਅਰਦਾਸ ਬੇਨਤੀ ਦਾ ਸਮਾਂ ਹੋਇਆ। ਸੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਹੁਕਮਨਾਮਿਆਂ ਦੀ ਵਿਚਾਰ 52 ਹੁਕਮਨਾਮੇ ਜੋ ਨੰਦੇੜ ਦੀ ਧਰਤੀ ਤੇ ਸਤਿਗੁਰਾਂ ਨੇ ਦਿੱਤੇ ਸਾਨੂੰ, ਜਿਹਦੇ ਵਿੱਚੋਂ ਆਪਾਂ 47 ਹੁਕਮਨਾਮਿਆਂ ਦੀ ਵਿਚਾਰ ਕਰ ਚੁੱਕੇ ਹਾਂ। 47ਵਾਂ ਹੁਕਮ ਸੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ, ਕੇਸਾਂ ਨੂੰ ਗੁਰ ਸਮਾਨ ਜਾਣ, ਅਦਬ ਦੇਣਾ। ਤੇ 48ਵਾਂ ਹੁਕਮ ਹੈ, ਸਤਿਗੁਰੂ ਜੀ ਕਹਿੰਦੇ ਚੋਰੀ ਯਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ। ਸਿੱਖ ਨੇ ਚੋਰੀ ਯਾਰੀ ਠੱਗੀ ਧੋਖਾ ਦਗਾ ਇਹ ਨਹੀਂ ਕਰਨਾ। ਪੂਰਨ ਤੌਰ 'ਤੇ ਸਿੱਖੀ ਲਿਬਾਸ ਵਿੱਚ ਰਹਿ ਕੇ ਗੁਰੂ ਦੇ ਹੁਕਮ ਮੁਤਾਬਕ ਆਪਣਾ ਜੀਵਨ ਜਿਉਣਾ, ਤਾਂ ਗੁਰੂ ਦੀ ਖੁਸ਼ੀ ਮਿਲੇਗੀ। ਜੇਕਰ ਸਿੱਖ ਕਿਤੇ ਜੀਵਨ ਵਿੱਚ ਕੁਰਾਹੇ ਪੈ ਗਿਆ, ਗਲਤ ਕੰਮਾਂ ਦੇ ਵਿੱਚ ਪੈ ਗਿਆ, ਤਾਂ ਸਤਿਗੁਰੂ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ, ਉਹ ਤਨਖਾਹੀਆ ਹੈ। ਤੇ ਉਸ ਨੂੰ ਫਿਰ ਜਾ ਕੇ 5 ਪਿਆਰੇ ਸਾਹਿਬਾਨਾਂ ਤੋਂ ਤਨਖਾਹ ਲਵਾ ਲੈਣੀ ਚਾਹੀਦੀ ਹੈ। ਆਪਣਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਵੀ ਮੈਥੋਂ ਇਹ ਭੁੱਲ ਹੋਈ ਹੈ। ਤਾਂ ਕਰਕੇ ਸੰਗਤ ਜੀ, ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ। ਆਓ ਅਰਦਾਸ ਬੇਨਤੀ ਦਾ ਸਮਾਂ ਹੋਇਆ। ਆਪ ਸਭ ਸੰਗਤਾਂ ਨੂੰ ਜੀਉ ਆਇਆ। ਸਭ ਦਾ ਧੰਨਵਾਦ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ, ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਆਪਣੇ ਨੰਨੇ ਮੁੰਨੇ ਪੋਤਰਿਆਂ ਨੂੰ ਪੋਤੀਆਂ ਨੂੰ ਗੁਰੂ ਘਰ ਨਾਲ ਲੈ ਕੇ ਆਉਂਦੇ ਹੋ। ਜੇ ਅੱਜ ਤੁਹਾਡੇ ਨਾਲ ਆਉਣਗੇ ਤੇ ਸਿੱਖਣਗੇ ਮੱਥਾ ਕਿਵੇਂ ਟੇਕੀਦਾ, ਗੁਰੂ ਦਰਬਾਰ ਦੇ ਵਿੱਚ ਬੈਠਿਆ ਕਿਵੇਂ ਜਾਂਦਾ ਹੈ। ਜਿਹੜਾ ਬੱਚਾ ਕਦੇ ਗੁਰੂ ਘਰ ਮਾਪਿਆਂ ਦੇ ਨਾਲ ਨਹੀਂ ਆਇਆ ਨਾ, ਉਸ ਬੱਚੇ ਨੂੰ ਗੁਰੂ ਦਰਬਾਰ ਦੀ ਮਰਿਆਦਾ ਦਾ ਵੀ ਨਹੀਂ ਪਤਾ। ਉਹ ਚੌੜ ਕਰੇਗਾ, ਉਹਨੂੰ ਇੰਝ ਲੱਗਦਾ ਹੈ ਮੈਦਾਨ ਹੈ ਖੇਡਣ ਵਾਸਤੇ, ਛਾਲਾ ਮਾਰੇਗਾ। ਜਿਹੜਾ ਬੱਚਾ ਸ਼ੁਰੂ ਤੋਂ ਦਾਦਾ ਦਾਦੀ ਮਾਂ ਬਾਪ ਦੇ ਨਾਲ ਆਉਣਾ ਸਿੱਖ ਗਿਆ, ਉਹ ਜਿਵੇਂ ਜਿਵੇਂ ਵੱਡਾ ਹੋਏਗਾ ਉਵੇਂ ਉਵੇਂ ਉਹਨੂੰ ਸਮਝ ਆਏਗੀ ਮੱਥਾ ਕਿਵੇਂ ਟੇਕਣਾ ਹੈ, ਬਹਿਣਾ ਕਿਵੇਂ ਹੈ, ਉੱਥੋਂ ਦਾ ਮਾਹੌਲ ਹੈ ਜਿਹੜਾ ਉੱਥੇ ਲੈਣ ਕੀ ਜਾਂਦੇ ਹਾਂ ਆਪਾਂ। ਇਹ ਚੀਜ਼ਾਂ ਦੀ ਸਮਝ ਬੱਚੇ ਨੂੰ ਜਦੋਂ ਬਚਪਨ ਦੇ ਵਿੱਚ ਆ ਜਾਏ, ਵੱਡਾ ਹੋਇਆ ਫਿਰ ਕੋਈ ਗਲਤ ਰਾਹ ਨਹੀਂ ਚੁਣੇਗਾ। ਜਦੋਂ ਉਹ ਚੰਗੇ ਕੁਝ ਗੁਣ ਨੇ ਜਿਹੜੇ ਗੁਰੂ ਦੇ ਦਰ ਤੋਂ ਸਿੱਖ ਕੇ ਜਾਏਗਾ, ਤੇ ਫਿਰ ਵੱਡਾ ਹੋਇਆ ਗਲਤ ਰਾਹ ਨਹੀਂ ਚੱਲੇਗਾ। ਇਸ ਕਰਕੇ ਬੇਨਤੀ ਹੈ, ਦਾਦੀਆਂ ਨੂੰ ਆਪਣੇ ਪੋਤਰਿਆਂ ਨੂੰ ਅੰਮ੍ਰਿਤ ਵੇਲੇ ਠਾ ਲਿਆ ਕਰੋ, ਕੋਈ ਫਰਕ ਨਹੀਂ ਪੈਂਦਾ। ਰਾਤਾਂ ਵੱਡੀਆਂ ਨੇ, ਸਮਾਂ ਸਾਡੇ ਕੋਲ ਬਹੁਤ ਹੁੰਦਾ ਹੈ, ਉਹੀ ਆਦਤ ਬਣ ਜਾਂਦੀ ਹੈ। ਆਪ ਵੀ ਜਿੱਥੇ ਜਾਗਦੇ ਹੋ ਉੱਥੇ ਬੱਚਿਆਂ ਨੂੰ ਉਠਾ ਕੇ ਤਿਆਰ ਕਰਕੇ ਗੁਰੂ ਘਰ ਗੁਰੂ ਦੇ ਦਰਸ਼ਨ ਦੀਦਾਰੇ ਕਰਵਾਇਆ ਕਰੋ, ਤਾਂ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਬੁਰਾ ਸਮਾਂ ਆਵੇ, ਗੁਰੂ ਸਾਹਿਬ ਉਹਨੂੰ ਪਹਿਲਾਂ ਹੀ ਮਿਟਾ ਦੇਣ, ਖਤਮ ਕਰ ਦੇਣ। ਸੰਗਤ ਜੀ, ਆਓ ਸਾਰੇ ਆਨੰਦ ਸਾਹਿਬ ਦਾ ਜਾਪ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸੰਗ